ਅੱਜ ਅਸੀਂ ਜੋ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਇਨਵੈਂਟਰੀ ਹੈਂਡਲਿੰਗ ਅਤੇ ਬੇਸਿਕਸ ਆਫ ਇਨਵੈਂਟਰੀ ਹੈਂਡਲਿੰਗ। ਦਾ ਇੰਟਰੋਡਕਸ਼ਨ ਤੋਂ ਸ਼ੁਰੂ ਕਰਦੇ ਹਾਂ। ਇਨਵੈਂਟਰੀ ਮੀਨਸ ਅ ਲਿਸਟ ਆਫ ਗੁੱਡਸ ਐਂਡ ਮਟੀਰੀਅਲਸ ਅਵੇਲੇਬਲ ਇਨ ਸਟਾਕ ਬਾਈ ਅ ਬਿਜ਼ਨਸ। ਕੋਈ ਵੀ ਇੱਕ ਸਟੋਰ ਹੈ, ਕੋਈ ਵੀ ਇੱਕ ਦੁਕਾਨ ਹੈ ਜਾਂ ਕੋਈ ਵੀ ਇੱਕ ਆਰਗੇਨਾਈਜ਼ਡ ਬਿਜ਼ਨਸ ਹੈ, ਉਸ ਦੇ ਵਿੱਚ ਜੋ ਵੀ ਸਮਾਨ ਪਿਆ ਹੈ, ਚਾਹੇ ਉਸ ਦੇ ਗੋਦਾਮ ਵਿੱਚ ਜਾਂ ਉਸ ਦੀ ਦੁਕਾਨ ਦੇ ਵਿੱਚ ਜਾਂ ਉਸ ਦੇ ਸਟੋਰ ਦੇ ਵਿੱਚ, ਉਸ ਨੂੰ ਸਟਾਕ ਕਿਹਾ ਜਾਂਦਾ ਹੈ, ਉਸ ਨੂੰ ਇਨਵੈਂਟਰੀ ਕਿਹਾ ਜਾਂਦਾ ਹੈ। ਦਿਸ ਸਕੋਪ ਆਫ ਇਨਵੈਂਟਰੀ ਹੈਂਡਲਿੰਗ ਕੰਸਰਨਸ ਫਿਜ਼ੀਕਲ ਇਨਵੈਂਟਰੀ, receiving the inventory, identifying the available physical space for the inventory replenishments, identifying the returns and defective goods। ਇਸ ਦੇ ਵਿੱਚ ਅੱਗੇ ਕੀ ਆ ਜਾਂਦਾ ਹੈ ਉਹ ਦੱਸਦੇ ਹਨ। ਫਿਜ਼ੀਕਲ ਇਨਵੈਂਟਰੀ ਜੋ ਸਾਡੇ ਸਟੋਰ ਦੇ ਅੰਦਰ ਇਸ ਟਾਈਮ ਮੌਜੂਦ ਹੈ, ਜਿਸ ਨੂੰ ਅਸੀਂ ਦੇਖ ਸਕਦੇ ਹਾਂ। ਆਈਡੈਂਟੀਫਾਈਂਗ ਦਾ ਅਵੇਲੇਬਲ ਫਿਜ਼ੀਕਲ ਸਪੇਸ ਫॉर ਦ ਇਨਵੈਂਟਰੀ, ਕਿ ਸਾਡੇ ਦੁਕਾਨ ਜਾਂ ਸਾਡੇ ਸਟੋਰ ਦੇ ਵਿੱਚ, ਸਾਡੇ ਸ਼ੋਅਰੂਮ ਦੇ ਵਿੱਚ ਜਗ੍ਹਾ ਕਿੰਨੀ ਹੈ ਮਾਲ ਨੂੰ ਰੱਖਣ ਦੀ। ਰਿਸੀਵਿੰਗ ਦਾ ਇਨਵੈਂਟਰੀ, ਮਾਲ ਨੂੰ ਰਿਸੀਵ ਕਰਨਾ, ਸਟਾਕ ਨੂੰ ਰਿਸੀਵ ਕਰਨਾ। ਰਿਪਲੈਨਿਸ਼ਮੈਂਟਸ ਹੁੰਦਾ ਹੈ ਕੋਈ ਚੀਜ਼ ਖਰਾਬ ਆ ਗਈ, ਕੋਈ ਚੀਜ਼ ਵਾਪਸੀ ਆ ਗਈ, ਉਸ ਨੂੰ ਚੇਂਜ ਕਰਨਾ, ਉਸ ਨੂੰ ਬਦਲਣਾ, ਇਹ ਸਭ ਕੁਝ ਇਨਵੈਂਟਰੀ ਦੇ ਵਿੱਚ ਆ ਜਾਂਦਾ ਹੈ। ਅਤੇ ਆਈਡੈਂਟੀਫਾਈਂਗ ਦਾ ਰਿਟਰਨਸ ਐਂਡ ਡਿਫੈਕਟਿਵ ਗੁੱਡਸ, ਕਿਹੜਾ ਮਾਲ ਖਰਾਬ ਹੈ, ਕਿਹੜਾ ਮਾਲ ਵਾਪਿਸ ਆਇਆ ਹੈ, ਉਸ ਨੂੰ ਆਈਡੈਂਟੀਫਾਈ ਕਰਨਾ, ਉਸ ਨੂੰ ਅਲੱਗ ਕਰਕੇ ਰੱਖਣਾ, ਇਹ ਸਭ ਇਨਵੈਂਟਰੀ ਮੈਨੇਜਮੈਂਟ ਦੇ ਵਿੱਚ ਆ ਜਾਂਦਾ ਹੈ। ਆਓ ਅੱਗੇ ਇਸ ਦੇ ਪੜ੍ਹਦੇ ਹਾਂ। ਅੰਡਰਸਟੈਂਡਿੰਗ ਦਾ ਬੇਸਿਕਸ ਆਫ ਇਨਵੈਂਟਰੀ ਹੈਂਡਲਿੰਗ। ਇਹਦੇ ਬੇਸਿਕਸ ਕੀ ਨੇ ਹੁਣ। ਵਾਈ ਡੂ ਵੀ ਕੀਪ ਸਟਾਕ ਐਂਡ ਇਨਵੈਂਟਰੀ, ਅਸੀਂ ਆਪਣੇ ਕੋਲ ਸਟਾਕ ਕਿਉਂ ਰੱਖਦੇ ਹਾਂ। ਮਾਲ ਜੋ ਅਸੀਂ ਦੁਕਾਨ ਦੇ ਵਿੱਚ, ਗੋਦਾਮ ਦੇ ਵਿੱਚ ਜਾਂ ਆਪਣੇ ਸ਼ੋਅਰੂਮ ਦੇ ਵਿੱਚ ਕਿਉਂ ਹੀ ਸਟੋਰ ਕਰਕੇ ਰੱਖਦੇ ਹਾਂ। ਉਹਦੇ 3 ਬੇਸਿਕ ਰੀਜ਼ਨ ਹਨ। ਪਹਿਲਾ ਹੈ ਟਾਈਮ। The time lags present in the supply chain from supplier to user at every stage that you maintain certain amounts of inventory to use in this lead time। ਇੱਕ ਸਪਲਾਇਰ ਹੈ, ਲਾਈਕ ਕੋਈ ਫੈਕਟਰੀ ਵਾਲਾ ਹੈ, ਉਹ ਮਾਲ ਬਣਾ ਰਿਹਾ ਹੈ ਅਤੇ ਉਸ ਤੋਂ ਸਮਾਨ ਸਾਡੇ ਤੱਕ ਆਉਣਾ ਹੈ। ਓਬਵੀਅਸਲੀ ਇਸ ਦੇ ਵਿੱਚ ਕੋਈ ਟਾਈਮ ਲੱਗੇਗਾ। ਇਸ ਟਾਈਮ ਗੈਪ ਨੂੰ ਘਟਾਉਣ ਵਾਸਤੇ ਰਿਟੇਲਰ ਕੀ ਕਰਦਾ ਹੈ, ਕੁਝ ਐਕਸਟਰਾ ਮਾਲ, ਐਕਸਟਰਾ ਬਫਰ ਸਟੋਕ ਆਪਣੇ ਅੰਦਰ ਰੱਖਦਾ ਹੈ, ਜਿਸ ਨਾਲ ਕੀ ਹੁੰਦਾ ਹੈ ਅਸੀਂ ਉਸ ਨੂੰ ਲਾਈਕ ਕੋਈ ਆਰਡਰ ਦਿੰਦੇ ਹਾਂ ਅਤੇ ਉਹ ਸਿੱਧਾ ਹੀ ਆਪਣੀ ਦੁਕਾਨ ਜਾਂ ਆਪਣੇ ਸਟੋਰ ਤੋਂ ਸਾਡੇ ਘਰ ਤੱਕ ਪਹੁੰਚਾ ਦਿੰਦਾ ਹੈ। ਇਹੀ ਚੀਜ਼ ਜੇ ਫੈਕਟਰੀ ਤੋਂ, ਜੇ ਸਪਲਾਇਰ ਤੋਂ ਸਾਡੇ ਘਰ ਤੱਕ ਆਏਗੀ, ਬਹੁਤ ਟਾਈਮ ਲੱਗੇਗਾ। ਉਹ ਟਾਈਮ ਨੂੰ ਕਵਰ ਕਰਨ ਵਾਸਤੇ ਸਟਾਕ ਆਪਣੇ ਕੋਲ ਮੇਨਟੇਨ ਕੀਤਾ ਜਾਂਦਾ ਹੈ। ਦੈਨ ਅਨਸਰਟੇਨਿਟੀ, ਇਨਵੈਂਟਰੀ ਆਰ ਮੇਨਟੇਨਡ ਐਜ਼ ਬਫਰ ਟੂ ਮੀਟ ਦਾ ਅਨਸਰਟੇਨਿਟੀ ਇਨ ਡਿਮਾਂਡ ਐਂਡ ਮੂਵਮੈਂਟ ਆਫ ਗੁੱਡਸ। ਅਨਸਰਟੇਨਿਟੀ ਹੁੰਦੀ ਹੈ ਕਿ ਇੱਕਦਮ ਕੋਈ ਡਿਮਾਂਡ ਰਾਈਜ਼ ਹੋ ਗਈ ਕਿਸੇ ਚੀਜ਼ ਦੀ, ਤਾਂ ਉਸ ਨੂੰ ਕਿੱਦਾਂ ਪੂਰਾ ਕੀਤਾ ਜਾਏਗਾ। ਇੱਕਦਮ ਤਾਂ ਫੈਕਟਰੀਆਂ 'ਚ ਚੀਜ਼ ਬਣ ਨਹੀਂ ਸਕਦੀ, ਅਤੇ ਉਸ ਦੇ ਲਈ ਕੀ ਕੀਤਾ ਜਾਂਦਾ ਹੈ, ਸਟਾਕ ਮੇਨਟੇਨ ਕੀਤਾ ਜਾਂਦਾ ਹੈ ਦੁਕਾਨ ਦੇ ਵਿੱਚ ਜਾਂ ਸ਼ੋਅਰੂਮ ਦੇ ਵਿੱਚ। ਉਹ ਸਟਾਕ ਦੇ ਵਿੱਚੋਂ ਸਾਨੂੰ ਪ੍ਰੋਪਰ ਸਪਲਾਈ ਕੀਤੀ ਜਾਂਦੀ ਹੈ। ਲਾਈਕ ਅਸੀਂ ਐਗਜ਼ਾਮਪਲ ਲੈ ਲਈਏ, ਖਾਣ ਵਾਲਾ ਕੋਈ ਤੇਲ ਹੈ, ਸਬਜ਼ੀਆਂ ਜਿਹਦੇ 'ਚ ਬਣਦੀਆਂ ਹਨ, ਇੱਕਦਮ ਉਹਦੀ ਡਿਮਾਂਡ ਰਾਈਜ਼ ਹੋ ਜਾਂਦੀ ਹੈ। ਇੱਕਦਮ ਤੋਂ ਕੋਲੂ ਤਾਂ ਪਿਸ ਕੇ ਤਾਂ ਨਹੀਂ ਆ ਸਕਦਾ ਤੇਲ। ਹਾਂ, ਦੁਕਾਨਾਂ ਦੇ ਵਿੱਚ, ਜਨਰਲ ਸਟੋਰਸ ਦੇ ਵਿੱਚ ਜਾਂ ਵੱਡੇ ਵੱਡੇ ਮੈਗਾ ਸਟੋਰਸ ਦੇ ਵਿੱਚ ਤੇਲ ਅਵੇਲੇਬਲ ਹੋਏਗਾ ਬਫਰ ਸਟਾਕ ਦੇ ਵਿੱਚ, ਅਤੇ ਉਹ ਈਜ਼ੀਲੀ ਸਾਨੂੰ ਪਹੁੰਚਾਇਆ ਜਾ ਸਕਦਾ ਹੈ, ਜਿਸ ਦੇ ਨਾਲ ਕੀ ਹੋਏਗਾ, ਪਿੱਛੇ ਸਪਲਾਇਰ ਨੂੰ ਨਵੀਂ ਪੈਦਾਵਾਰ ਕਰਨ 'ਚ ਟਾਈਮ ਮਿਲ ਜਾਏਗਾ ਅਤੇ ਸਾਡੇ ਤੱਕ ਤੇਲ ਜਿਹੜਾ ਆਸਾਨੀ ਨਾਲ ਪਹੁੰਚ ਜਾਏਗਾ ਘੱਟ ਟਾਈਮ ਦੇ ਵਿੱਚ, ਅਤੇ ਸਾਨੂੰ ਕੋਈ ਦਿੱਕਤ ਵੀ ਨਹੀਂ ਆਏਗੀ। ਦੈਨ ਕੋਸਟ ਇਫੈਕਟਿਵਨੈਸ, ਆਈਡੀਅਲ ਕੰਡੀਸ਼ਨ ਆਫ 1 unit at a time at a place where a user needs it। when he needs it, principal tends to incur lot of cost in terms of logistics, so bulk buying movement and storing brings in cost effectiveness, thus inventory is needed। ਕੋਈ ਵੀ ਚੀਜ਼ ਜਦੋਂ ਅਸੀਂ ਲੈ ਕੇ ਆਪਣੇ ਕੋਲ ਰੱਖਦੇ ਹਾਂ, ਉਹ ਸਾਨੂੰ ਸਸਤੀ ਪੈਂਦੀ ਹੈ। ਲਾਈਕ ਹੁਣ ਸਰਦੀਆਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ, ਅਸੀਂ ਕੀ ਕਰਾਂਗੇ, ਅਸੀਂ ਗਰਮੀਆਂ ਦੇ ਵਿੱਚ ਹੀ ਅਸੀਂ ਸਰਦੀਆਂ ਦਾ ਮਾਲ ਪਾਉਣਾ ਸ਼ੁਰੂ ਕਰ ਦਿੰਦੇ ਹਾਂ ਬਲਕ ਦੇ ਵਿੱਚ, ਕਿਉਂਕਿ ਪਤਾ ਹੈ ਸਰਦੀਆਂ ਵਿੱਚ ਮਾਲ ਵਿਕੇਗਾ, ਡਿਮਾਂਡ ਆਏਗੀ ਗਰਮ ਕੱਪੜੇ ਦੀ। ਅਤੇ ਉਸੇ ਵੇਲੇ ਜਦੋਂ ਅਸੀਂ ਉਹ ਡਿਮਾਂਡ ਦੇ ਵਿੱਚ ਪਿੱਛੋਂ ਸਪਲਾਇਰ ਕੋਲੋਂ ਸਮਾਨ ਲਵਾਂਗੇ, ਓਬਵੀਅਸਲੀ ਉਹ ਮਹਿੰਗਾ ਹੀ ਮਿਲੇਗਾ, ਕਿਉਂਕਿ ਉਹਦੀ ਡਿਮਾਂਡ ਆਲਰੇਡੀ ਜ਼ਿਆਦਾ ਚੱਲ ਰਹੀ ਹੈ। ਅਸੀਂ ਗਰਮੀਆਂ ਦੇ ਸੀਜ਼ਨ ਤੋਂ ਹੀ ਮਾਲ ਰਹਿ ਕੇ ਆਪਣੇ ਕੋਲ ਰੱਖਾਂਗੇ ਅਤੇ ਉਹ ਸਾਨੂੰ ਬਹੁਤ ਹੀ ਘੱਟ ਰੇਟ ਵਿੱਚ, ਕਾਫੀ ਸਾਡਾ ਪ੍ਰੋਫਿਟ ਮਾਰਜਨ ਉਹਦੇ ਵਿੱਚ ਵਧੇਗਾ। ਅਸੀਂ ਅਤੇ ਉਹ ਪ੍ਰੋਫਿਟ ਕਸਟਮਰ ਨੂੰ ਵੀ ਟਰਾਂਸਫਰ ਕਰ ਸਕਦੇ ਹਾਂ ਉਹਦੇ ਕੋਲੋਂ ਘੱਟ ਪ੍ਰੋਫਿਟ ਚਾਰਜ ਕਰਕੇ। ਇਹਦੇ ਨਾਲ ਕੀ ਹੋਏਗਾ, ਸਾਡੀ ਸੇਲ ਇੰਕਰੀਜ਼ ਹੋਏਗੀ, ਸਾਡੀ ਸੇਲ ਇੰਕਰੀਜ਼ ਹੋਏਗੀ ਅਤੇ ਸਾਡਾ ਪ੍ਰੋਫਿਟ ਇੰਕਰੀਜ਼ ਹੋਏਗਾ। ਦੈਨ ਅੱਗੇ ਆ ਜਾਂਦੇ ਹਨ ਇਨਵੈਂਟਰੀ ਕੰਟਰੋਲ ਮੈਥਡਸ। ਇਸ ਦੇ ਵਿੱਚ ਜੋ ਇੱਕ ਮੇਨ ਮੈਥਡ ਆਉਂਦਾ ਹੈ, ਉਹ ਹੈ ਪੁਆਇੰਟ ਆਫ ਸੇਲ ਮੈਥਡ। Top retailers may use the point of sale method to control inventory items if the retail store has frequent sales or daily traffic in the inventory। Top retailers mean ਕਿ ਜਿਹੜੇ organized retail ਵਿੱਚ ਆ ਜਾਂਦੇ ਹਨ, ਜਿਵੇਂ ਬਿਗ ਬਾਜ਼ਾਰ,
ਈਜ਼ੀ ਡੇ ਆ ਗਏ, ਜਾਂ ਸਾਡੇ ਹੋਰ ਵੀ ਕਈ ਇਹੋ ਹੀ ਬਿਨਾਂ ਚੇਂਜ ਤੋਂ ਵੀ ਵੱਡੇ ਵੱਡੇ ਸਟੋਰਸ ਆ ਸਕਦੇ ਹਨ ਜੋ ਪੁਆਇੰਟ ਆਫ ਸੇਲ ਮੈਥਡ ਨੂੰ ਯੂਜ਼ ਕਰਦੇ ਹਨ ਇਨਵੈਂਟਰੀ ਨੂੰ ਦੇਖਣ ਵਾਸਤੇ ਕਿ ਕਿੰਨਾ ਸਟਾਕ ਸਾਡੇ ਹੱਥ 'ਚ ਰਹਿ ਗਿਆ ਹੈ, ਕਿੰਨਾ ਨਿਕਲ ਗਿਆ ਹੈ। ਇਸ ਦੇ ਵਿੱਚ ਕੀ ਕੀਤਾ ਜਾਂਦਾ ਹੈ, ਦੀ POS ਮੈਥਡ ਇਨਵੋਲਵਸ ਅਪਡੇਟਿੰਗ ਦ ਇਨਵੈਂਟਰੀ ਈਚ ਟਾਈਮ ਐਨ ਆਈਟਮ ਇਜ਼ ਰਿਮੂਵਡ ਫਰੋਮ ਦ ਇਨਵੈਂਟਰੀ ਵਿਦ ਦ ਪਰਪਸ ਆਫ ਮੇਕਿੰਗ ਅ ਸੇਲ। ਜਦੋਂ ਵੀ ਕੋਈ ਇੱਕ ਪ੍ਰੋਡਕਟ ਸੇਲ ਹੁੰਦਾ ਹੈ ਸਾਡੇ ਸਟਾਕ ਵਿੱਚੋਂ, ਉਸੇ ਵੇਲੇ ਉਹਦੀ ਐਂਟਰੀ ਕਰ ਦਿੱਤੀ ਜਾਂਦੀ ਹੈ। ਲਾਈਕ ਅੱਜ ਕੱਲ੍ਹ ਕੰਪਿਊਟਰ ਚੱਲਦੇ ਨੇ, ਕੰਪਿਊਟਰ ਉੱਤੇ ਐਂਟਰੀ ਕਰ ਦਿੱਤੀ ਜਾਏਗੀ ਕਿ ਇਹ ਚੀਜ਼ ਸੇਲ ਆਊਟ ਹੋ ਗਈ। ਜਿੰਨੀ ਲਿਸਟ ਹੋਏਗੀ, ਲਾਈਕ ਸਾਡੇ ਕੋਲ ਕੋਈ 10 ਪ੍ਰੋਡਕਟ ਪਏ ਹੈ, 10 ਵਿੱਚੋਂ ਇੱਕ ਚੀਜ਼ ਮਾਈਨਸ ਹੋ ਗਈ, ਸੇਲ ਹੋ ਗਈ, ਅਤੇ ਉਹ ਸਾਡੇ ਸਟਾਕ ਵਿੱਚ 9 ਆਈਟਮਸ ਹੀ ਕੰਪਿਊਟਰ ਸ਼ੋਅ ਕਰੇਗਾ ਕਿ ਇਹਦੇ ਕੋਲ 9 ਆਈਟਮਸ ਬਚੀਆਂ ਹਨ। ਇਹ ਮੈਥਡ ਉਦੋਂ ਵਰਤੇ ਜਾਂਦੇ ਹਨ ਜਦੋਂ ਨਿਕਾਸੀ ਚੀਜ਼ ਦੀ ਬਹੁਤ ਜ਼ਿਆਦਾ ਹੁੰਦੀ ਹੈ, ਸੇਲ ਕਾਫੀ ਜ਼ਿਆਦਾ ਹੋਵੇ। ਜਿੱਥੇ ਬਹੁਤ ਘੱਟ ਲਿਮਿਟਿਡ ਸੇਲ ਹੈ ਉੱਥੇ ਇਹ ਮੈਥਡ ਯੂਜ਼ ਨਹੀਂ ਕੀਤਾ ਜਾਂਦਾ, ਉੱਥੇ ਤਾਂ ਕਈ ਤਾਂ ਮਹੀਨੇ ਬਾਅਦ ਵੀ ਆਪਣਾ ਦੇਖ ਲੈਂਦੇ ਨੇ ਸਾਡੇ ਕੋਲ ਕਿੰਨਾ ਸਟਾਕ ਪਿਆ ਹੋਇਆ ਹੈ। ਪਰ ਜਿੱਥੇ ਕਾਫੀ ਜ਼ਿਆਦਾ ਨਿਕਾਸੀ ਹੈ ਉੱਥੇ ਨਾਲ ਦੇ ਨਾਲ ਇਹ ਡਿਡਕਟ ਕਰ ਦਿੱਤਾ ਜਾਂਦਾ ਹੈ। Then according to business dictionary, the inventory figure is updated as soon as the organization transfer ownership to a product to buyer। ਇਹਦੇ ਵਿੱਚ ਕੀ ਹੁੰਦਾ ਹੈ, ਮੈਂ ਕੋਈ ਚੀਜ਼ ਪਰਚੇਸ ਕੀਤੀ, ਜਦੋਂ ਮੈਂ ਉਹਦੀ ਪੇਮੈਂਟ ਕੀਤੀ, ਮੈਨੂੰ ਬਿੱਲ ਜਨਰੇਟ ਹੋਇਆ, ਉਸੇ ਟਾਈਮ ਕੰਪਿਊਟਰ ਕੀ ਕਰੇਗਾ, ਆਟੋਮੈਟਿਕਲੀ ਅੱਜ ਕੱਲ੍ਹ ਸੌਫਟਵੇਅਰ ਚੱਲਦੇ ਨੇ, ਉਹ ਚੀਜ਼ ਮਾਈਨਸ ਕਰ ਦੇਗਾ ਵਿੱਚੋਂ ਦੀ, ਕਿਉਂਕਿ ਉਹਦਾ ਮੈਂ ਓਨਰ ਬਣ ਚੁੱਕਾ, ਮੈਂ ਪੇਮੈਂਟ ਕਰ ਚੁੱਕਾ, ਉਸੇ ਟਾਈਮ ਉਹ ਚੀਜ਼ ਮਾਈਨਸ ਹੋ ਜਾਂਦੀ ਹੈ। ਅਤੇ ਉਹ ਪੁਆਇੰਟ ਆਫ ਸੇਲ, ਇਸ ਨੂੰ ਹੀ ਪੁਆਇੰਟ ਆਫ ਸੇਲ ਮੈਥਡ ਕਿਹਾ ਜਾਂਦਾ ਹੈ ਕਿ ਸੇਲ ਦੇ ਟਾਈਮ 'ਤੇ ਹੀ ਚੀਜ਼ ਵਿੱਚੋਂ ਸਟਾਕ ਦੇ ਡਿਡਕਟ ਹੋ ਜਾਏ ਅਤੇ ਉਹ ਇਨਵੈਂਟਰੀ ਸਾਨੂੰ ਸ਼ੋਅ ਕਰ ਦੇਗਾ ਜੀ ਸਾਡੇ ਸਟਾਕ 'ਚ ਇੰਨੀ ਇਨਵੈਂਟਰੀ ਹੁਣ ਰਹਿ ਗਈ ਹੈ। ਦਿਸ ਮੈਥਡ ਇਜ਼ ਆਫਨ ਯੂਜ਼ਡ ਫॉर ਆਈਟਮ ਸੋਲਡ ਵਿਦ ਐਨ ਐਕਸਪਾਇਰੇਸ਼ਨ ਡੇਟਸ ਟੂ ਅਵੋਇਡ ਵੇਸਟਿੰਗ ਸਟਾਕਸ ਆਈਟਮ। ਇਹ ਜ਼ਿਆਦਾ ਕਿੱਥੇ ਯੂਜ਼ ਕੀਤਾ ਜਾਂਦਾ ਹੈ, ਜਿਹੜੇ ਪ੍ਰੋਡਕਟਸ ਦੀ ਐਕਸਪਾਇਰੀ ਹੋਵੇ, ਜਿੱਦਾਂ ਕਿ ਜ਼ਿਆਦਾ ਕਰਿਆਨਾ, ਜਨਰਲ ਸਟੋਰਸ ਦਾ ਸਮਾਨ, ਇਹਨਾਂ ਦੀ ਕੀ ਐਕਸਪਾਇਰੀ ਡੇਟ ਹੁੰਦੀ ਹੈ। ਇੱਕ ਲਾਈਕ ਕਹੀਂ ਮੈਗੀ ਦੀ ਸੌਸ ਪਰਚੇਸ ਕਰ ਰਹੇ ਹਾਂ, ਉਹਦੀ 1 ਸਾਲ ਵੈਲਿਡਿਟੀ ਹੋਏਗੀ। ਸੋ ਉਹਨਾਂ ਨੂੰ ਇਹ ਧਿਆਨ ਰੱਖਣਾ ਪੈਂਦਾ ਹੈ ਕਿ ਸਾਡਾ ਜੋ ਸਟਾਕ ਹੈ ਉਹ ਅੰਦਰ ਨਾ ਲੱਗਾ ਰਹਿ ਜੇ। ਸੋ ਵੱਡੇ ਵੱਡੇ ਜਿਹੜੇ ਬਿਜ਼ਨਸ ਚੇਨਸ ਹੈ, ਇਹ ਵੱਡੇ ਵੱਡੇ ਜਨਰਲ ਸਟੋਰਸ ਹੈ ਜੋ ਔਰਗੇਨਾਈਜ਼ਡ ਰਿਟੇਲ ਦੇ ਅੰਦਰ ਆਉਂਦੇ ਨੇ, ਉਹ ਇਹ ਸਾਰੀ ਚੀਜ਼ਾਂ ਦਾ ਧਿਆਨ ਰੱਖਦੇ ਹਨ ਅਤੇ ਆਪਣੇ ਸਟਾਕ ਕਲੀਅਰ ਕਰਨ ਵਿੱਚ ਪੁਆਇੰਟ ਆਫ ਸੇਲ ਮੈਥਡ ਉਹਨਾਂ ਦੀ ਬਹੁਤ ਹੈਲਪ ਕਰਦਾ ਹੈ। ਥੈਂਕ ਯੂ।